विद्या विचारी तो परोपकारी। जिवें कि अपनी पॉलिटी की सीरीज चलती आ रही है, ਉਹਦੇ ਵਿੱਚ ਆਪਾਂ ਪੋਲਿਟੀ ਦੀ चौथी क्लास है शुरू ਕਰਨ ਜਾ ਰਹੇ ਹਾਂ। चौथी क्लास ਦੇ ਵਿੱਚ ਆਪਾਂ ਦੇਖਾਂਗੇ ਮੋਸਟ ਇੰਪੋਰਟੈਂਟ ਆਰਟੀਕਲਸ ਦੀ ਗੱਲ ਕਰਾਂਗੇ ਤੇ ਪਾਰਟਸ ਦੀ ਗੱਲ ਕਰਾਂਗੇ ਤੇ ਨਾਲ ਹੀ ਮੈਂ ਦੱਸ ਦਾਂਗਾ ਅਸੀਂ ਇੱਕ ਪੀਡੀਐਫ ਵੀ ਤਿਆਰ ਕਰ ਰਹੇ ਹਾਂ। ਜੋ ਤੁਹਾਨੂੰ ਪਤਾ ਹੋਊਗਾ ਜੋ ਜਿਹੜੇ ਲੋਕ ਚਾਹਵਾਨ ਨੇ ਪੋਲਿਟੀ ਦੀ ਪੂਰੀ ਪੰਜਾਬੀ ਦੇ ਵਿੱਚ ਪੀਡੀਐਫ ਲੈਣ ਲਈ ਉਹ ਮੈਨੂੰ ਇਸ ਨੰਬਰ ਤੇ ਸੰਪਰਕ ਵੀ ਕਰ ਸਕਦੇ ਹਨ। मैं ਤੁਹਾਨੂੰ जल्दी पीडीएफ ਦੀ ਬਾਰੇ सब कुछ दस दांगा। पीडीएफ लगभग तैयार ही समझो हैगा, ਤੁਹਾਨੂੰ ਇੱਕ ਅੱਜ ਦੇ ਦਿਨ ਦੇ ਵਿੱਚ ਕੁਝ ਨਾ ਕੁਝ ਅਪਡੇਟ ਜਿਹੜਾ ਉਹ ਮਿਲ ਜਾਏਗਾ। ਤੁਸੀਂ ਇਸ ਨੰਬਰ ਨੂੰ ਨੋਟ ਕਰ ਸਕਦੇ ਹੋ, ਤੁਸੀਂ ਪੌਜ਼ ਕਰਕੇ ਇਸ ਨੰਬਰ ਨੂੰ ਨੋਟ ਕਰ ਲਓ। ਠੀਕ ਹੈ ਜੀ, ਮੈਂ ਅੱਜ ਦੀ ਕਲਾਸ ਜਿਹੜੀ ਉਹ ਸ਼ੁਰੂ ਕਰਨ ਚੱਲਾਂ। ਪੀਡੀਐਫ ਦੇ ਵਿੱਚ ਤੁਹਾਨੂੰ ਲਗਭਗ 70-75 ਕੁਐਸਚਨ ਮਿਲਣਗੇ, ਬਾਕੀ 25-30 ਕੁਐਸਚਨ ਮੈਂ ਉਰੇ ਪੁੱਛ ਚੁੱਕਾ, ਤਾਂ ਲਗਭਗ 100 ਕੁਐਸਚਨਾਂ ਦੀ ਤਿਆਰੀ ਤੇ ਨਾਲ ਦੇ ਨਾਲ ਸਾਰੀ ਪੋਲਿਟੀ ਦੇ ਨੋਟਸ डिटेल ਦੇ ਵਿੱਚ ਕਾਫੀ ਵਧੀਆ ਡਿਟੇਲ ਦੇ ਵਿੱਚ ਦਿੱਤੇ ਗਏ ਹਨ ਤੇ ਕਾਫੀ ਵਧੀਆ ਰਾਈਟਿੰਗ ਦੇ ਵਿੱਚ। ਠੀਕ ਹੈ ਜੀ, ਆਪਾਂ ਚੌਥੀ ਕਲਾਸ ਸ਼ੁਰੂ ਕਰਨ ਜਾ ਰਹੇ ਹਾਂ ਜੀ। ਪੋਲਿਟੀ ਦੀ ਚੌਥੀ ਕਲਾਸ ਪੜ੍ਹਨਾ ਜੀ, ਪਾਰਟ ਵਾਈਜ਼ ਪੜ੍ਹਨਾ। ਆਪਾਂ ਕੀ ਪੜ੍ਹੀ ਸੀਗੇ ਵੀ ਸੰਵਿਧਾਨ ਦੇ ਵਿੱਚ ਹਿੱਸੇ ਕਿੰਨੇ ਹਨ, ਪਾਰਟ ਕਿੰਨੇ ਹਨ। ਆਪਾਂ ਪਾਰਟਾਂ ਬਾਰੇ ਪੜ੍ਹਿਆ ਸੀ। ਪਾਰਟ ਜਿਹੜੇ ਆ 25 ਪਾਰਟ ਨੇ। ਠੀਕ ਹੈ ਜੀ, ਪਹਿਲਾਂ 22 ਸੀਗੇ, ਹੁਣ 25 ਹੋ ਚੁੱਕੇ ਸੀਗੇ ਸੋਧ ਕਰਕੇ। ਤਾਂ 25 ਪਾर्ट ਸੀਗੇ। ਇਹਨਾਂ 25 ਪਾਰਟਾਂ ਦੇ ਵਿੱਚ ਆਰਟੀਕਲ ਯਾਨੀ ਕਿ ਲੇਖ, ਦੇਖੋ ਆਰਟੀਕਲ ਨੂੰ ਆਪਾਂ ਕੰਫਿਊਜ਼ ਨਹੀਂ ਹੋਣਾ। ਆਰਟੀਕਲ ਨੂੰ 3-4 ਨਾਮ ਨਾਲ ਬੁਲਾਇਆ ਜਾਂਦਾ ਹੈ। ਇੱਕ ਤਾਂ ਸਿੰਪਲ ਆਰਟੀਕਲ ਕਿਹਾ ਜਾਂਦਾ ਹੈ, ਇੱਕ ਤਾਂ ਲੇਖ ਕਿਹਾ ਜਾਂਦਾ ਹੈ, ਤੇ ਜਿਹੜੀ ਤੀਜੀ ਚੀਜ਼ ਉਹ ਕਹਿੰਦੇ ਅਨੁਛੇਦ। ਆਰਟੀਕਲ ਤੇ ਲੇਖ ਤਿੰਨੋਂ ਇੱਕੋ ਦੇ ਆ। ਮੈਂ ਦੁਬਾਰਾ ਨੋਟ ਟੈਲੀਗ੍ਰਾਮ ਗਰੁੱਪ ਵੀ ਕਰ ਦਾਂਗਾ। ਆਰਟੀਕਲ, ਲੇਖ ਤੇ ਅਨੁਛੇਦ ਤਿੰਨੋਂ ਜਿਹੜੇ ਆ ਉਹਨਾਂ ਨੂੰ ਆਰਟੀਕਲ ਨੂੰ ਹੀ ਕਿਹਾ ਜਾਂਦਾ ਹੈ। ਤਾਂ ਪੇਪਰ ਦੇ ਵਿੱਚ ਤਿੰਨਾਂ ਨਾਮ ਤੋਂ ਕਿਸੇ ਵੀ ਨਾਮ ਤੋਂ ਪੁੱਛ ਸਕਦਾ ਹੈ। ਤਾਂ ਇਹ ਪਾਰਟ ਦੇ ਵਿੱਚ ਜਿਹੜੇ ਆਰਟੀਕਲ ਦਿੱਤੇ ਗਏ ਆ। ਤਾਂ ਆਪਾਂ ਅੱਜ ਗੱਲ ਕਰਾਂਗੇ ਜੀ ਪਹਿਲੇ ਪਾਰਟ ਦੀ। ਪਾਰਟ 1 ਜਿਹੜਾ ਕਨਸਟੀਟਿਊਸ਼ਨ ਦਾ ਹਿੱਸਾ ਪਹਿਲਾ, ਉਹਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ 1 ਤੋਂ 4 ਆਰਟੀਕਲ ਦੀ ਗੱਲ ਕੀਤੀ ਗਈ ਹੈ। ਹਿੱਸਾ ਪਹਿਲਾ 1 ਤੋਂ 4 ਆਰਟੀਕਲ ਤੇ ਇਹਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ? ਯੂਨੀਅਨ ਅਤੇ ਇਸ ਦੇ ਪ੍ਰਦੇਸ਼। ਮਤਲਬ ਜਿਹੜਾ ਸਾਡਾ ਯੂਨੀਅਨ ਹੋਏਗਾ, ਯੂਨੀਅਨ ਐਂਡ ਇਟਸ ਸਟੇਟਸ, ਵੀ ਜਿਹੜਾ ਯੂਨੀਅਨ ਹੋਊਗਾ ਤੇ ਉਹਦੀ ਸਟੇਟਾਂ ਦੇ ਬਾਰੇ ਦੱਸਿਆ ਗਿਆ ਹੈ, ਉਹਦੀ ਯੂਨੀਅਨ ਟੈਰੀਟਰੀਜ਼ ਦੇ ਬਾਰੇ ਦੱਸਿਆ ਗਿਆ ਹੈ, ਉਹਨਾਂ ਦੇ ਨਾਮ ਲਿਖੇ ਗਏ ਸਾਰੇ ਵੀ ਕਿੰਨੀਆਂ ਸਟੇਟਾਂ ਹੈ, ਕਿੰਨੇ ਵਿੱਚ ਯੂਨੀਅਨ ਟੈਰੀਟਰੀਜ਼ ਹੈ, ਕਿੰਨੇ ਖੇਤਰ ਨੇ। ਉਹ ਜਿਹੜਾ ਸਾਰਾ ਨਾਮ ਸਭ ਕੁਝ ਹੈ ਨਾ ਉਹ ਪਹਿਲੇ ਹਿੱਸੇ ਦੇ ਵਿੱਚ ਲਿਖਿਆ ਗਿਆ ਹੈ ਤੇ 1 ਤੋਂ 4 ਆਰਟੀਕਲ ਦੇ ਵਿੱਚ ਲਿਖਿਆ ਗਿਆ ਹੈ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਪਹਿਲੇ ਪਾਰਟ ਦੇ ਵਿੱਚ, ਪਹਿਲੇ ਹਿੱਸੇ ਦੇ ਵਿੱਚ ਕਿਹਦੇ ਬਾਰੇ ਗੱਲ ਕੀਤੀ ਹੈ। ਤਾਂ ਆਪਸ਼ਨ ਦੇ ਵਿੱਚ ਤੁਸੀਂ ਆਨਸਰ ਦੇਖੋਗੇ ਯੂਨੀਅਨ ਅਤੇ ਉਸਦੇ ਪ੍ਰਦੇਸ਼ਾਂ ਦੀ ਗੱਲ ਕੀਤੀ ਗਈ ਹੈ। ਤਾਂ ਤੁਸੀਂ ਇਸ ਚੀਜ਼ ਨੂੰ ਯਾਦ ਰੱਖਣਾ ਹੈ, ਪਹਿਲੇ ਹਿੱਸੇ ਵਿੱਚ ਯੂਨੀਅਨ ਅਤੇ ਉਸਦੇ ਪ੍ਰਦੇਸ਼ਾਂ ਦੀ ਗੱਲ ਕੀਤੀ ਗਈ ਹੈ। ਦੇਖੋ ਆਰਟੀਕਲ ਭਾਵੇਂ 4-4 ਹੈ, 5-5 ਹੈ, 10-10 ਹੈ, ਆਪਾਂ ਸਾਰੇ ਨਹੀਂ ਪੜ੍ਹਨੇ। ਮੈਂ ਸਿਰਫ ਉਹੀ ਆਰਟੀਕਲ ਚੱਕੇ ਹੈ ਜਿਹੜੇ ਬਹੁਤ ਇੰਪੋਰਟੈਂਟ ਨੇ। ਆਪਾਂ ਉਹ ਨਹੀਂ ਪੜ੍ਹਨੇ ਜੋ ਬੇਫਾਲਤੂ ਆਪਾਂ ਪੜ੍ਹੇ ਨਹੀਂ ਜਾਣੇ, ਬਿਕੋਜ਼ ਐਵੇਂ ਤਾਂ ਫਿਰ ਬਹੁਤ ਵੱਡਾ ਕੰਮ ਚੱਲ ਜੂਗਾ। ਆਪਣੀ ਸੀਰੀਜ਼ ਜਿਹੜੀ ਆ ਉਹ ਜਲਦੀ ਖਤਮ ਵੀ ਨਹੀਂ ਹੋਣੀ ਤੇ ਨਾਲੇ ਕੀ ਆਪਣੀ ਜਿਹੜੀ ਤਿਆਰੀ ਵੀ ਜਲਦੀ ਖਤਮ ਨਹੀਂ ਹੋਣੀ, ਕਿਉਂਕਿ ਤੁਹਾਨੂੰ ਪਤਾ ਹੀ ਆਪਾਂ ਤਿਆਰੀ ਵੀ ਜਲਦੀ ਤੇ ਵਧੀਆ ਤੋਂ ਵਧੀਆ ਕਰਨੀ ਹੈ। ਤਾਂ ਆਪਾਂ ਇਹਦੇ ਸਿਰਫ ਪਹਿਲੇ 4 ਆਰਟੀਕਲ ਚੋਂ ਪਹਿਲਾ ਆਰਟੀਕਲ ਯਾਦ ਰੱਖਣਾ ਹੈ। ਆਰਟੀਕਲ 1 ਭਾਰਤ ਰਾਜਾਂ ਦਾ ਯੂਨੀਅਨ ਹੈ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਭਾਰਤ ਕਿਸ ਦਾ ਯੂਨੀਅਨ ਹੈ, ਤਾਂ ਭਾਰਤ ਰਾਜਾਂ ਦਾ ਯੂਨੀਅਨ ਹੈ। ਯੂਨੀਅਨ ਆਫ ਸਟੇਟਸ ਕਿਹਾ ਜਾਂਦਾ ਇਹਨੂੰ, ਵੀ ਰਾਜਾਂ ਜਿਹੜੇ ਰਾਜ ਹੈ ਉਹਨਾਂ ਦੇ ਯੂਨੀਅਨ ਨੂੰ ਭਾਰਤ ਕਿਹਾ ਜਾਂਦਾ ਹੈ। ਠੀਕ ਹੈ ਜੀ, ਆਪਾਂ ਪਹਿਲੇ ਪਾਰਟ ਦੀ ਗੱਲ ਕੀਤੀ ਜਿਹਦੇ ਵਿੱਚ ਆਪਾਂ ਗੱਲ ਕੀਤੀ ਯੂਨੀਅਨ ਅਤੇ ਉਸਦੇ ਪ੍ਰਦੇਸ਼ਾਂ ਦੀ। ਦੂਜਾ ਪਾਰਟ ਦੀ ਗੱਲ ਕਰਨ ਜਾ ਰਹੇ ਹਾਂ ਜੀ, ਹਿੱਸਾ ਦੂਜਾ, ਜਿਹਦੇ ਵਿੱਚ 5 ਤੋਂ 11 ਆਰਟੀਕਲ ਦਿੱਤੇ ਗਏ ਹਨ। 5 ਤੋਂ 11 ਆਰਟੀਕਲ। ਹਿੱਸਾ ਦੂਜੇ ਵਿੱਚ ਗੱਲ ਕੀਤੀ ਗਈ ਹੈ ਨਾਗਰਿਕਤਾ ਦੀ, ਸਿਟੀਜ਼ਨਸ਼ਿਪ ਦੀ। ਠੀਕ ਹੈ ਜੀ, ਆਪਾਂ ਸਾਰੇ ਨਾਗਰਿਕ ਹਾਂ ਦੇਸ਼ ਦੇ, ਆਪਾਂ ਹਿੰਦੁਸਤਾਨ ਦੇ ਨਾਗਰਿਕ ਹਾਂ। ਆਪਾਂ ਅਕਸਰ ਕਹਿੰਦੇ ਨੇ ਮੈਂ ਨਾਗਰਿਕ ਹਾਂ ਜੀ, ਮੈਂ ਹਿੰਦੁਸਤਾਨ ਦਾ ਨਾਗਰਿਕ ਹਾਂ। ਤਾਂ ਆਪਾਂ ਜਿਹੜੇ ਨਾਗਰਿਕ ਹਾਂ ਉਹਦੇ ਬਾਰੇ ਗੱਲ ਕਿਹਦੇ ਕੀਤੀ ਗਈ ਸੀਗੀ? ਪਾਰਟ ਦੂਜੇ ਵਿੱਚ। ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ ਵੀ ਨਾਗਰਿਕਤਾ ਦੀ ਗੱਲ ਕਿਹੜੇ ਪਾਰਟ 'ਚ ਕੀਤੀ ਗਈ ਸੀਗੀ, ਤਾਂ ਤੁਸੀਂ ਆਨਸਰ ਕਰਨਾ ਹੈ ਪਾਰਟ ਦੂਜਾ। ਠੀਕ ਹੈ, 5 ਤੋਂ 11 ਆਰਟੀਕਲ ਤੱਕ ਹੁੰਦਾ ਹੈ। ਤੇ ਨਾਗਰਿਕਤਾ ਵਿੱਚ ਆਪਾਂ ਦੋ ਚੀਜ਼ਾਂ ਯਾਦ ਰੱਖਣੀਆਂ। ਨਾਗਰਿਕਤਾ ਲੈਣ ਦੇ ਕਿੰਨੇ ਤਰੀਕੇ ਹਨ, ਨਾਗਰਿਕਤਾ ਕਿੰਨੇ ਤਰੀਕੇ ਨਾਲ ਲਈ ਜਾ ਸਕਦੀ ਹੈ। ਠੀਕ ਹੈ ਨਾ ਜੀ, ਆਪਾਂ ਕਿਸ ਤਰੀਕੇ ਨਾਲ ਨਾਗਰਿਕਤਾ ਜਿਹੜੀ ਹਾਸਲ ਕਰ ਸਕਦੇ ਹਾਂ। ਜਿਵੇਂ ਕਿ ਕਈ ਤਰੀਕੇ ਹੁੰਦੇ, ਜਿਵੇਂ ਜਨਮ ਤੋਂ ਆਪਾਂ ਕਈ ਵਾਰੀ ਲੈ ਲੈਂਦੇ ਹਾਂ। ਜੇ ਆਪਣਾ ਜਨਮ ਹੀ ਭਾਰਤ ਵਿੱਚ ਹੋਇਆ ਤਾਂ ਆਪਾਂ ਸਿੱਧਾ ਹੀ ਨਾਗਰਿਕ ਹੋ ਗਏ ਭਾਰਤ ਦੇ, ਆਪਾਂ ਐਵੇਂ ਸੁਣਦੇ ਆਉਂਦੇ ਹਾਂ। ਤਾਂ ਕਿੰਨੇ ਤਰੀਕਿਆਂ ਨਾਲ ਜਿਹੜੀ ਹੈ ਨਾਗਰਿਕਤਾ ਲਿੱਤੀ ਜਾ ਸਕਦੀ ਹੈ, ਤਾਂ 5 ਤਰੀਕਿਆਂ ਨਾਲ। 5 ਤਰੀਕਿਆਂ ਨਾਲ ਪੇਪਰ ਵਿੱਚ ਕੁਐਸਚਨ ਪੁੱਛਦਾ ਹੈ ਵੀ ਕਿੰਨੇ ਤਰੀਕਿਆਂ ਨਾਲ ਨਾਗਰਿਕਤਾ ਲਈ ਜਾਂਦੀ ਹੈ, ਤਾਂ 5 ਤਰੀਕੇ ਹਨ। ਤੇ ਨਾਗਰਿਕਤਾ ਖੋ ਵੀ ਸਕਦੇ ਹਾਂ, ਹਾਂਜੀ ਬਿਲਕੁਲ ਖੋ ਸਕਦੇ ਹਾਂ। ਨਾਗਰਿਕਤਾ ਖੋਣ ਦੇ ਕਿੰਨੇ, ਮਤਲਬ
ਕਿੰਨੇ ਟਾਈਪਸ ਨਾਲ ਨਾਗਰਿਕਤਾ ਖੋ ਸਕਦੇ ਹਾਂ ਅਸੀਂ? ਤਾਂ 3 ਤਰੀਕਿਆਂ ਨਾਲ ਨਾਗਰਿਕਤਾ ਖੋ ਸਕਦੇ ਹਾਂ। ਇਹ ਖੋਣ ਦਾ ਤਰੀਕਾ ਕੀ ਹੁੰਦਾ ਹੈ? ਜਿਵੇਂ ਕਿਸੇ ਨੇ ਕੋਈ ਜੁਰਮ ਕਰਤਾ ਜਾਂ ਫਿਰ ਕਿਸੇ ਨੇ ਕੁਝ ਐਸਾ ਕਰਤਾ ਵੀ ਉਸ ਨੂੰ ਅਸੀਂ ਆਤੰਕਵਾਦੀ ਕਿਵੇਂ ਘੋਸ਼ਿਤ ਕਰ ਦਿੰਦੇ ਨੇ ਕਈ ਲੋਕ, ਤਾਂ ਠੀਕ ਹੈ ਨਾ, ਤਾਂ ਨਾਗਰਿਕਤਾ ਖੋਣ ਦੇ ਮਤਲਬ ਹਿੰਦੁਸਤਾਨ ਦਾ ਨਾਗਰਿਕ ਨਹੀਂ ਮੰਨਦੇ ਨਾ ਫਿਰ ਉਸ ਨੂੰ। ਤਾਂ 3 ਤਰੀਕਿਆਂ ਨਾਲ ਨਾਗਰਿਕਤਾ ਜਿਹੜੀ ਆ ਉਹਨੂੰ, ਇੱਕ ਤਾਂ ਨਾਗਰਿਕਤਾ ਖਤਮ ਕਰ ਦਿੰਦੇ ਹਨ, ਫਿਰ ਟਰਮੀਨੇਸ਼ਨ ਵੀ ਕਿਹਾ ਜਾਂਦਾ ਇਹਨੂੰ। ਤੁਸੀਂ ਇੰਨਾ ਯਾਦ ਰੱਖਣਾ ਹੈ, ਲੈਣ ਦੇ 5 ਤਰੀਕੇ, ਖੋਣ ਦੇ 3 ਤਰੀਕੇ। ਲੈਣ ਦੇ 5 ਤਰੀਕੇ, ਖੋਣ ਦੇ 3 ਤਰੀਕੇ। ਪਾਰਟ ਪਹਿਲਾ ਗੱਲ ਕਰਦਾ ਯੂਨੀਅਨ ਅਤੇ ਉਸਦੇ ਪ੍ਰਦੇਸ਼ਾਂ ਦੀ, ਦੂਜਾ ਪਾਰਟ ਗੱਲ ਕਰਦਾ ਨਾਗਰਿਕਤਾ ਦੀ ਯਾਨੀ ਕਿ ਸਿਟੀਜ਼ਨਸ਼ਿਪ ਦੀ, ਜਿਹਦੇ ਵਿੱਚ ਲੈਣ ਦੇ 5 ਤਰੀਕੇ ਹੈ, ਖੋਣ ਦੇ 3 ਤਰੀਕੇ ਹੈ। ਪਾਰਟ ਤੀਜਾ, ਹਿੱਸਾ ਤੀਜਾ। ਹੁਣ ਆਪਾਂ ਇੱਕ ਚੀਜ਼ ਪੜ੍ਹੀ ਸੀ, ਸਾਨੂੰ ਬੁਨਿਆਦੀ ਅਧਿਕਾਰ ਮਿਲਦੇ ਹਨ। ਇਹ ਕੁਐਸਚਨ ਦਾ ਪੇਪਰ ਦੇ ਵਿੱਚ ਬਹੁਤ ਰਿਪੀਟ ਹੁੰਦਾ ਜੀ ਵੀ ਬੁਨਿਆਦੀ ਅਧਿਕਾਰਾਂ ਯਾਨੀ ਕਿ ਫੰਡਾਮੈਂਟਲ ਰਾਈਟਸ ਦੀ ਗੱਲ ਕਿਹੜੇ ਪਾਰਟ ਦੇ ਵਿੱਚ ਕੀਤੀ ਗਈ ਹੈ। ਤੁਸੀਂ ਬਾਰ-ਬਾਰ ਰਿਪੀਟ ਹੁੰਦਾ ਦੇਖੋਗੇ ਇਸ ਨੂੰ। ਫੰਡਾਮੈਂਟਲ ਰਾਈਟਸ ਦੀ ਗੱਲ ਪਾਰਟ ਤੀਜਾ, ਹਿੱਸੇ ਤੀਜੇ ਵਿੱਚ ਕੀਤੀ ਗਈ ਹੈ। ਠੀਕ ਹੈ ਜੀ, ਹਿੱਸੇ ਤੀਜੇ ਵਿੱਚ ਬੁਨਿਆਦੀ ਅਧਿਕਾਰਾਂ ਦੀ ਗੱਲ ਕੀਤੀ ਗਈ ਹੈ। ਤੇ ਬੁਨਿਆਦੀ ਅਧਿਕਾਰਾਂ ਦੇ ਅੰਦਰ ਕਈ ਸਬ ਟਾਈਪ ਵੀ ਹਨ। ਹੁਣ ਜਿਵੇਂ ਆਪਾਂ ਪੜਾਂਗੇ ਬਰਾਬਰੀ ਦਾ ਅਧਿਕਾਰ, ਇਕੁਐਲਿਟੀ ਦਾ ਅਧਿਕਾਰ। ਇਕੁਐਲਿਟੀ ਦੀ ਗੱਲ 14 ਤੋਂ 18 ਆਰਟੀਕਲ ਦੇ ਵਿੱਚ ਕੀਤੀ ਗਈ ਹੈ। ਦੂਜਾ ਆਜ਼ਾਦੀ ਦਾ ਅਧਿਕਾਰ, ਰਾਈਟ ਟੂ ਫਰੀडम 19 ਤੋਂ 22 ਵਿੱਚ, 19 ਤੋਂ 22 ਦੇ ਵਿੱਚ ਰਾਈਟ ਟੂ ਫਰੀडम ਦੀ ਗੱਲ ਮਤਲਬ ਆਜ਼ਾਦੀ ਦੇ ਅਧਿਕਾਰ ਦੀ ਗੱਲ ਕੀਤੀ ਗਈ ਹੈ। ਪਹਿਲਾਂ ਬਰਾਬਰੀ ਦੀ, ਫਿਰ ਆਜ਼ਾਦੀ ਦੀ, ਫਿਰ ਸਿੱਖਿਆ ਦਾ ਅਧਿਕਾਰ। ਆਪਾਂ ਇੱਕ ਚੀਜ਼ ਪੜ੍ਹਦੇ ਹਾਂ ਵੀ ਫ੍ਰੀ ਸਿੱਖਿਆ ਮਿਲਣੀ ਚਾਹੀਦੀ ਹੈ ਬੱਚਿਆਂ ਨੂੰ, ਉਹ ਆਰਟੀਕਲ 21A ਦੇ ਵਿੱਚ। ਤੁਸੀਂ ਇਸ ਨੂੰ ਅਲੱਗ ਨੋਟ ਕਰਨਾ ਹੈ। ਸਿੱਖਿਆ ਦਾ ਅਧਿਕਾਰ ਕਿਹੜੇ ਆਰਟੀਕਲ 'ਚ? 21A ਦੇ ਵਿੱਚ। ਤੇ ਕਿੰਨੇ ਤੋਂ ਕਿੰਨੇ ਸਾਲ ਦੇ ਬੱਚਿਆਂ ਨੂੰ ਸਿੱਖਿਆ ਫ੍ਰੀ ਦਿੱਤੀ ਜਾਏਗੀ? 6 ਤੋਂ 14 ਸਾਲ। ਜਿਹੜਾ ਸਰਕਾਰ ਹੈ 6 ਤੋਂ 14 ਸਾਲ ਜਿਹੜੀ ਹੈ ਸਿੱਖਿਆ ਫ੍ਰੀ ਪ੍ਰੋਵਾਈਡ ਕਰਾਂਦੀ ਹੈ ਹਰੇਕ ਬੱਚੇ ਨੂੰ। ਉਹ ਕਿਸੇ ਵੀ ਜਾਤੀ ਦਾ ਹੋਵੇ, ਕੋਈ ਧਰਮ ਦੇ ਆਪਾਂ ਵਿਤਕਰਾ ਨਹੀਂ ਕਰਦੇ ਬਿਲਕੁਲ ਵੀ। ਠੀਕ ਹੈ ਜੀ, ਸਿੱਖਿਆ ਦਾ ਅਧਿਕਾਰ ਆਰਟੀਕਲ 21A ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈ। ਤੇ ਸਾਰੇ ਜਿਹੜੇ ਅਧਿਕਾਰ ਹੈ ਇਹ ਬੁਨਿਆਦੀ ਅਧਿਕਾਰ ਦੇ ਅੰਡਰ ਆਉਂਦੇ ਨੇ। ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਰਾਈਟਸ ਦੇ ਅੰਦਰ ਪੜਿਆ ਬਰਾਬਰੀ ਦਾ ਅਧਿਕਾਰ, ਆਜ਼ਾਦੀ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ। ਫਿਰ ਹੈਗਾ ਸ਼ੋਸ਼ਣ ਦੇ ਵਿਰੁੱਧ ਅਧਿਕਾਰ। ਵੇ ਕਈ ਲੋਕ ਟ੍ਰੈਫਿਕਿੰਗ ਕਰਦੇ ਆ, ਲੋਕਾਂ ਦੀ ਵੇਚ ਕਰਦੇ ਆ, ਚਾਈਲਡ ਲੇਬਰ ਕਰਾਉਂਦੇ ਆ, ਉਹ ਸਭ ਸ਼ੋਸ਼ਣ ਦਾ ਪਾਰਟ ਹੁੰਦਾ ਹੈ ਵੀ ਲੋਕਾਂ ਦੀ ਟ੍ਰੈਫਿਕਿੰਗ ਕਰਾਣਾ, ਲੋਕਾਂ ਨੂੰ ਸ਼ੋਸ਼ਿਤ ਕਰਨਾ। ਠੀਕ ਹੈ ਨਾ ਜੀ, ਜਿਹੜਾ ਸ਼ੋਸ਼ਣ ਨਾ ਹੋ ਸਕੇ, ਟ੍ਰੈਫਿਕਿੰਗ ਨਾ ਹੋ ਸਕੇ, ਚਾਈਲਡ ਲੇਬਰ ਬੱਚਿਆਂ ਦਾ ਜਿਹੜਾ ਲੇਬਰ ਹੁੰਦੀ ਹੈ ਉਹ ਨਾ ਹੋ ਸਕੇ, ਉਹਨੂੰ ਰੋਕਣ ਲਈ 23-24 ਦੇ ਵਿੱਚ ਬੁਨਿਆਦੀ ਅਧਿਕਾਰ ਦੇ ਅੰਦਰ ਦਿੱਤਾ ਗਿਆ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਦਿੱਤੇ ਗਏ ਹਨ। ਠੀਕ ਹੈ ਜੀ, ਇੱਕ ਪੜਿਆ ਬਰਾਬਰੀ ਦਾ, ਆਜ਼ਾਦੀ ਦਾ, ਸਿੱਖਿਆ ਦਾ, ਸ਼ੋਸ਼ਣ ਦਾ। ਪੰਜਵਾਂ ਪੜਨ ਜਾ ਰਹੇ ਹਾਂ ਜੀ ਧਰਮ ਦਾ ਅਧਿਕਾਰ। ਆਪਾਂ ਕਿਸੇ ਵੀ ਧਰਮ ਦੇ ਹੋਈਏ, ਸਾਡਾ ਦੇਸ਼ ਸਾਨੂੰ ਨਹੀਂ ਰੋਕਦਾ। ਤੁਸੀਂ ਕਿਸੇ ਵੀ ਧਰਮ ਦੇ ਹੋ, ਤੁਸੀਂ ਆਪਣੇ ਧਰਮ ਨੂੰ ਮਨਾ ਸਕਦੇ ਹੋ, ਆਪਣੇ ਗੁਰਪੁਰਬ ਨੂੰ ਮਨਾ ਸਕਦੇ ਹੋ। ਉਹ ਸਭ ਧਰਮ ਦੇ ਅਧਿਕਾਰ ਦੇ ਅੰਦਰ ਆਉਂਦੇ ਨੇ। ਤੇ ਧਰਮ ਦੇ ਅਧਿਕਾਰ ਹੁੰਦੇ ਨੇ 25 ਤੋਂ 28 ਦੇ ਵਿੱਚ। ਤੁਹਾਨੂੰ ਕਿਸੇ ਵੀ ਧਰਮ ਦੇ ਹੋ, ਤੁਹਾਨੂੰ ਆਪਣਾ ਧਰਮ ਜਿਹੜਾ ਪ੍ਰੋਫੈਸ ਕਰਨ ਦੀ ਪੂਰੀ ਆਜ਼ਾਦੀ ਮਿਲਦੀ ਹੈ। ਤੁਸੀਂ ਭਾਵੇਂ ਸਿੱਖ ਹੋਵੋ, ਮੁਸਲਿਮ ਹੋਵੋ, ਹਿੰਦੂ ਹੋਵੋ, ਆਪਣੇ ਮੰਦਿਰ, ਗੁਰਦੁਆਰੇ, ਮਸਜਿਦ ਕਿੱਥੇ ਵੀ ਜਾ ਕੇ ਆਪਣੇ ਧਰਮ ਨੂੰ ਮਨਾ ਸਕਦੇ ਹੋ। ਉਹ ਕਿਹੜੇ ਅੰਦਰ ਆਉਂਦਾ? ਧਰਮ ਦੇ ਆਜ਼ਾਦੀ ਦੇ ਅਧਿਕਾਰ 25 ਤੋਂ 28 ਦੇ ਵਿੱਚ। ਠੀਕ ਹੈ ਜੀ, ਪਹਿਲਾਂ ਬਰਾਬਰੀ ਦਾ, ਆਜ਼ਾਦੀ ਦਾ, ਸਿੱਖਿਆ ਦਾ, ਸ਼ੋਸ਼ਣ ਦਾ, ਧਰਮ ਦਾ, ਆਖਰੀ 6ਵਾਂ ਅਧਿਕਾਰ ਸੱਭਿਆਚਾਰਕ ਅਧਿਕਾਰ। ਆਪਾਂ ਨੂੰ ਸੱਭਿਆਚਾਰ ਦੇ ਅਧਿਕਾਰ ਦਿੱਤੇ ਨੇ, ਕਲਚਰਲ ਰਾਈਟਸ ਵੀ ਕਹਿੰਦੇ ਇਹਨਾਂ ਨੂੰ। ਜਿਹੜੇ ਕਲਚਰ ਦੇ ਰਾਈਟਸ ਹੁੰਦੇ ਆ ਉਹ ਵੀ ਦਿੱਤੇ ਗਏ ਆ। ਸੱਭਿਆਚਾਰਕ ਅਧਿਕਾਰ ਵੀ ਇਹਨਾਂ ਨੂੰ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਹ ਵੀ ਆਪਾਂ ਯਾਦ ਰੱਖਣਾ। ਸੱਭਿਆਚਾਰਕ ਅਧਿਕਾਰ ਵੀ ਹੁੰਦਾ ਹੈ। ਤਾਂ ਬੁਨਿਆਦੀ ਅਧਿਕਾਰਾਂ ਦੇ ਅੰਦਰ 5-6 ਜਿਹੜੇ ਹੈਗੇ ਸਬ ਟਾਈਪ ਹੈ। ਤੇ ਬੁਨਿਆਦੀ ਅਧਿਕਾਰ ਹੁੰਦੇ ਕਿੰਨੇ ਨੇ? 6। ਇਹ ਤਾਂ ਆਪਾਂ ਇੰਨੀ ਕੁ ਵਾਰ ਕਰ ਚੁੱਕੇ ਹਾਂ, ਮੈਨੂੰ ਲੱਗਦਾ ਆਪਾਂ ਨੂੰ ਯਾਦ ਹੋ ਚੁੱਕਾ ਹੋਵੇਗਾ। ਬੁਨਿਆਦੀ ਅਧਿਕਾਰ 6 ਤੇ ਬੁਨਿਆਦੀ ਫਰਜ਼ ਜਿਹੜੇ ਹੁੰਦੇ ਨੇ ਉਹ 11 ਹੁੰਦੇ ਹਨ। ਫੰਡਾਮੈਂਟਲ ਡਿਊਟੀਜ਼ 11 ਤੇ ਫੰਡਾਮੈਂਟਲ ਰਾਈਟਸ ਜਿਹੜੇ ਉਹ 6 ਹੁੰਦੇ ਹਨ। ਇਹ ਤਾਂ ਆਪਾਂ ਨੂੰ ਰੱਟ ਜਾਣਾ ਚਾਹੀਦਾ। ਇਸ ਟਾਈਮ ਤੱਕ ਆਪਾਂ ਹਰ ਕਲਾਸ ਦੇ ਵਿੱਚ ਡਿਸਕਸ਼ਨ ਕਰਦੇ ਹਾਂ ਇਹਦੇ ਬਾਰੇ। ਹੁਣ ਮੋਸਟ ਇੰਪੋਰਟੈਂਟ ਗੱਲ ਕਰਨ ਜਾ ਰਹੇ ਹਾਂ। ਆਪਾਂ ਜਿੰਨਾ ਪੜਿਆ ਉਸ ਤੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੁੰਦਾ ਪੇਪਰ ਵਿੱਚ, ਕਿਹੜਾ ਕੁਐਸਚਨ ਸਭ ਤੋਂ ਜ਼ਿਆਦਾ ਪੁੱਛਿਆ ਜਾਂਦਾ? ਠੀਕ ਹੈ ਜੀ, ਆਰਟੀਕਲ 32। ਆਰਟੀਕਲ 32 ਨੂੰ ਡਾਕਟਰ B.R. ਅੰਬੇਦਕਰ, ਜਿਹੜੇ ਪਿਤਾ ਵੀ ਮੰਨੇ ਜਾਂਦੇ ਆ ਹਿੰਦੁਸਤਾਨ ਦੇ ਸੰਵਿਧਾਨ ਦੇ, ਡਾਕਟਰ B.R. ਅੰਬੇਦਕਰ ਨੇ ਆਰਟੀਕਲ 32 ਯਾਨੀ ਕਿ ਆਰਟੀਕਲ 32 ਨੂੰ ਰੂਹ ਤੇ ਦਿਲ ਕਿਹਾ ਸੀਗਾ। ਰੂਹ ਅਤੇ ਦਿਲ ਕਿਹਾ ਸੀ ਸੰਵਿਧਾਨ ਦਾ। ਰੂਹ ਅਤੇ ਦਿਲ ਕਿਹਾ ਸੀ ਸੰਵਿਧਾਨ ਦਾ। ਆਰਟੀਕਲ 32 ਨੂੰ ਰੂਹ ਤੇ ਦਿਲ ਯਾਨੀ ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ। ਕਿਹੜੇ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਆਉਂਦਾ ਹੈ
ਮੰਨੋ ਕਿ ਪਿਛਲੇ ਤੋਂ ਪਿਛਲੇ ਸਾਲ ਜਿਹੜਾ ਪੀਸੀਐਸ ਦਾ ਪੇਪਰ ਹੋਇਆ ਸੀਗਾ ਉਹਦੇ 'ਚ ਵੀ ਇਹ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ, ਪੀਸੀਐਸ ਲੈਵਲ ਤੱਕ ਪੁੱਛਿਆ ਜਾਂਦਾ ਹੈ ਵੀ ਜਿਹੜਾ ਰੂਹ ਅਤੇ ਦਿਲ ਦਾ ਅਧਿਕਾਰ, ਮਤਲਬ ਜਿਹਨੂੰ ਆਪਾਂ ਕਿਸ ਨੂੰ ਰੂਹ ਅਤੇ ਦਿਲ ਕਿਹਾ ਜਾਂਦਾ ਹੈ ਸੰਵਿਧਾਨ ਦੀ, ਹਾਰਟ ਐਂਡ ਸੋਲ ਆਫ ਕਨਸਟੀਟਿਊਸ਼ਨ ਕਿਹਨੂੰ ਕਿਹਾ ਜਾਂਦਾ ਹੈ, ਰੂਹ ਅਤੇ ਦਿਲ ਕਿਸ ਨੂੰ ਕਿਹਾ ਜਾਂਦਾ ਹੈ, ਤਾਂ ਆਰਟੀਕਲ 32 ਨੂੰ ਰੂਹ ਅਤੇ ਦਿਲ ਕਿਹਾ ਜਾਂਦਾ ਹੈ। ਤੇ ਕਿਉਂ ਕਿਹਾ ਜਾਂਦਾ ਹੈ ਇਹ ਵੀ ਦੱਸ ਦੇਣਾ ਤੁਹਾਨੂੰ ਮੈਂ। ਹੁਣ ਆਰਟੀਕਲ 32 ਦੇ ਵਿੱਚ ਜੇ ਸਾਡਾ ਕੋਈ ਬੁਨਿਆਦੀ ਅਧਿਕਾਰ ਵਾਇਲੇਟ ਹੁੰਦਾ ਹੈ, ਮਤਲਬ ਸਾਨੂੰ ਇਹਨਾਂ ਤੋਂ ਇਲਾਵਾ ਸਾਨੂੰ ਕੋਈ ਸਿੱਖਿਆ ਨਹੀਂ ਦਿੰਦਾ, ਸਾਨੂੰ ਸਾਡਾ ਸ਼ੋਸ਼ਣ ਕਰਦਾ ਹੈ ਜਾਂ ਸਾਡੇ ਧਰਮ ਨੂੰ ਪ੍ਰੈਕਟਿਸ ਨਹੀਂ ਕਰਨ ਦਿੰਦਾ, ਠੀਕ ਹੈ ਨਾ ਜੀ, ਜੇ ਇਹਨਾਂ ਦੇ ਵਿੱਚ ਕੋਈ ਉਲੰਘਣਾ ਕਰਦਾ ਹੈ ਤਾਂ ਆਪਾਂ ਆਰਟੀਕਲ 32 ਦੇ ਅੰਦਰ ਸੁਪਰੀਮ ਕੋਰਟ ਜਾ ਸਕਦੇ ਹਾਂ ਤੇ ਆਪਣੇ ਕਹਿ ਸਕਦੇ ਹਾਂ ਵੀ ਸਾਡੇ ਜਿਹੜੇ ਅਧਿਕਾਰ ਹੈ ਉਹਦੀ ਉਲੰਘਣਾ ਹੋਈ ਹੈ ਤੇ ਸਾਨੂੰ ਸਾਡਾ ਅਧਿਕਾਰ ਮਿਲਣਾ ਚਾਹੀਦਾ ਹੈ। ਤਾਂ ਆਰਟੀਕਲ 32 ਜਿਹੜਾ ਹੈ ਤੁਹਾਨੂੰ ਤੁਹਾਡੇ ਅਧਿਕਾਰ ਦਿਵਾਉਂਦਾ ਹੈ, ਇਸ ਕਰਕੇ ਇਹਨੂੰ ਰੂਹ ਤੇ ਦਿਲ ਕਿਹਾ ਗਿਆ ਸੰਵਿਧਾਨ ਦਾ। ਪੇਪਰ ਦੇ ਵਿੱਚ ਕਾਫੀ ਵਾਰੀ ਇਹ ਕੁਐਸਚਨ ਜਿਹੜਾ ਰਿਪੀਟ ਹੁੰਦਾ ਹੀ ਹੁੰਦਾ ਹੈ। ਤਾਂ ਆਪਾਂ ਅੱਜ ਕੀ ਕੀਤਾ, ਪਹਿਲਾ ਪਾਰਟ 1 ਕੀਤਾ ਜਿਹਦੇ ਵਿੱਚ ਯੂਨੀਅਨ ਅਤੇ ਉਸਦੇ ਪ੍ਰਦੇਸ਼ਾਂ ਦੀ ਗੱਲ ਸੀਗੀ, ਪਾਰਟ 2 ਕੀਤਾ ਨਾਗਰਿਕਤਾ ਦੀ ਗੱਲ ਸੀਗੀ, ਪਾਰਟ 3 ਕੀਤਾ ਬੁਨਿਆਦੀ ਅਧਿਕਾਰਾਂ ਦੀ ਗੱਲ ਸੀਗੀ, ਪਾਰਟ 3 ਦੇ ਅੰਦਰ ਹੀ ਆਪਾਂ 5-6 ਅਧਿਕਾਰ ਪੜ੍ਹੇ, ਫਿਰ ਅਧਿਕਾਰਾਂ ਨੂੰ ਬਚਾਉਣ ਲਈ ਜਿਹੜਾ ਆਰਟੀਕਲ ਹੁੰਦਾ ਆਰਟੀਕਲ 32 ਪੜਿਆ। ਆਰਟੀਕਲ 32 ਨੂੰ ਰੂਹ ਅਤੇ ਦਿਲ ਵੀ ਕਿਹਾ ਜਾਂਦਾ ਹੈ। ਤਾਂ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਹੈ। ਮੈਂ ਅੱਗੇ ਸਲਾਈਡ ਲਗਾ ਰਿਹਾ। ਹੁਣ ਆਪਾਂ ਪੋਲਿਟੀ 4 ਦੇ ਵਿੱਚ ਰਿਟਾਂ ਦੀ ਗੱਲ ਕਰਾਂਗੇ। ਮੈਂ ਤੁਹਾਨੂੰ ਦੱਸਿਆ ਸੀ ਰਿਟ ਆਪਾਂ ਯੂਕੇ ਤੋਂ ਲਿੱਤੇ ਨੇ ਤੇ ਰਿਟ ਆਪਾਂ ਨੂੰ ਅੱਗੇ ਪੜਾਂਗੇ। ਆਪਾਂ ਜਿਹੜੇ ਰਿਟਾਂ ਬਾਰੇ ਆਪਾਂ ਅੱਗੇ ਪੜਾਂਗੇ। ਰਿਟ ਤੁਸੀਂ ਸਿਰਫ ਹਜੇ ਯਾਦ ਰੱਖਣੇ ਸੀ ਪਹਿਲਾਂ ਤੱਕ, ਪਰ ਹੁਣ ਤੁਸੀਂ ਇਹਨਾਂ ਨੂੰ ਸਮਝਣਾ ਵੀ ਹੈ। ਤਾਂ 5 ਰਿਟ ਜਿਹੜੇ ਸਾਡੇ ਸੰਵਿਧਾਨ ਵਿੱਚ ਦਿੱਤੇ ਗਏ ਹਨ, 5 ਰਿਟ, ਠੀਕ ਹੈ ਜੀ। ਇਹਨਾਂ ਦੇ ਨਾਮ ਥੋੜੇ ਜਿਹੇ ਔਖੇ ਇਸ ਕਰਕੇ ਇਹਨਾਂ ਨੂੰ ਲਿਖ ਲਿਓ। ਵੈਸੇ ਇੰਗਲਿਸ਼ ਦੇ ਵਿੱਚ ਹੀ ਨਾਮ ਹੈ ਇਹਨਾਂ ਦਾ, ਪੰਜਾਬੀ ਮਿਲ ਹੀ ਨਹੀਂ ਰਹੀ ਕਿੱਥੋਂ ਵੀ, ਨਾਲੇ ਹੈ ਵੀ ਪੰਜਾਬੀ ਦੇ ਵਿੱਚ ਕਿਤੇ ਵੀ। ਤਾਂ ਪਹਿਲਾ ਰਿਟ ਦੀ ਗੱਲ ਕਰਨ ਜਾ ਰਹੇ ਹਾਂ ਜੀ, ਹੈਬੀਅਸ ਕਾਰਪਸ। ਤਾਂ ਆਪਾਂ ਦੇਖਦੇ ਹਾਂ, ਆਪਾਂ ਕੋਈ ਵੀ ਅਪਰਾਧੀ ਫੜਦਾ ਪੁਲਿਸ ਵਾਲਾ, ਉਹਨੂੰ ਇੱਕ ਚੀਜ਼ ਕਰਨੀ ਹੁੰਦੀ ਹੈ, 24 ਘੰਟੇ ਤੋਂ ਪਹਿਲਾਂ ਮੈਜਿਸਟ੍ਰੇਟ ਕੋਲ ਲੈ ਕੇ ਜਾਣਾ ਹੁੰਦਾ ਉਸ ਅਪਰਾਧੀ ਨੂੰ, ਮਤਲਬ ਪੇਸ਼ ਕਰਨਾ ਹੁੰਦਾ 24 ਘੰਟੇ ਤੱਕ। 24 ਘੰਟੇ ਦੇ ਸਮੇਂ ਦੇ ਅੰਦਰ ਪੇਸ਼ ਕਰਨਾ ਹੁੰਦਾ। ਜਿਹੜਾ 24 ਘੰਟੇ ਦੇ ਅੰਦਰ ਪੇਸ਼ ਕਰਨਾ ਹੁੰਦਾ ਹੈ ਉਹ ਵੀ ਇਸੇ ਅੰਦਰ ਹੁੰਦਾ ਹੈ। ਹੈਬੀਅਸ ਕਾਰਪਸ ਦੇ ਅੰਦਰ ਨੂੰ 24 ਘੰਟੇ ਦੇ ਅੰਦਰ ਅਪਰਾਧੀ ਨੂੰ ਪੇਸ਼ ਕਰਨਾ ਹੁੰਦਾ ਹੈ। ਦੂਜੀ ਗੱਲ, ਆਪਾਂ ਕਿਸੇ ਨੂੰ ਨਜ਼ਰਬੰਦ ਨਹੀਂ ਕਰ ਸਕਦੇ। ਜੇ ਭਾਵੇਂ ਕੋਈ ਵੀ ਪੁਲਿਸ ਵਾਲਾ ਹੈ, ਕਿਸੇ ਨੂੰ ਵੀ ਨਜ਼ਰਬੰਦ ਨਹੀਂ ਕਰ ਸਕਦਾ ਬੇਵਜ੍ਹਾ, ਉਹਨੂੰ ਵਜ੍ਹਾ ਦੇਣੀ ਪਏਗੀ। ਮਤਲਬ ਕਿਸੇ ਨੂੰ ਵੀ ਬੇਵਜ੍ਹਾ ਬੰਦ ਨਹੀਂ ਕਰ ਸਕਦੇ ਜੇਲ੍ਹ ਦੇ ਵਿੱਚ। ਜੇ ਬੰਦ ਕਰਨਗੇ ਤਾਂ ਹੈਬੀਅਸ ਕਾਰਪਸ ਦੇ ਰਿਟ ਦੇ ਅੰਦਰ ਲੋਕ ਜਿਹੜੇ ਆ ਸੁਪਰੀਮ ਕੋਰਟ ਜਾ ਸਕਦੇ ਆ ਤੇ ਆਪਣਾ ਰਿਟ ਜਿਹੜਾ ਇਸ਼ੂ ਕਰਾ ਕੇ ਆਪਣੇ ਬੰਦੇ ਨੂੰ ਨਜ਼ਰਬੰਦ ਜਾਂ 24 ਘੰਟੇ ਦੇ ਅਗਰ ਉਹਨੂੰ ਜ਼ਿਆਦਾ ਹੋ ਚੁੱਕੇ ਆ ਤਾਂ ਉਹਨੂੰ ਛੁਡਵਾ ਸਕਦੇ ਆ। ਤਾਂ ਹੈਬੀਅਸ ਕਾਰਪਸ ਕੀ ਕੰਮ ਕਰਦਾ ਹੈ ਵੀ ਲੋਕਾਂ ਨੂੰ ਰਾਈਟ ਦਿੰਦਾ ਕਿ ਉਹਨਾਂ ਨੂੰ ਬੇਵਜ੍ਹਾ ਨਜ਼ਰਬੰਦ ਜਾਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਨਾ ਪਾਇਆ ਜਾਵੇ, ਠੀਕ ਹੈ ਜੀ। ਹੈਬੀਅਸ ਕਾਰਪਸ ਜੇਲ੍ਹ ਤੋਂ ਬਚਾਉਣ ਲਈ ਕੰਮ ਕਰਦਾ ਹੈ। ਜੇ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਤਾਂ ਉਹਨਾਂ ਨੂੰ ਨਜ਼ਰਬੰਦ ਨਹੀਂ ਕੀਤਾ ਜਾ ਸਕਦਾ, ਤੇ ਜੇ ਗਲਤੀ ਵੀ ਕੀਤੀ ਹੈ ਤਾਂ 24 ਘੰਟੇ ਦੇ ਅੰਦਰ ਪੁਲਿਸ ਵਾਲਿਆਂ ਨੂੰ ਪੇਸ਼ ਕਰਨਾ ਪਊਗਾ ਮੈਜਿਸਟ੍ਰੇਟ ਦੇ ਅੰਦਰ। ਜੋ ਪੇਸ਼ ਨਹੀਂ ਕਰਦੇ ਤਾਂ ਵੀ ਜਿਹੜਾ ਉਹਨਾਂ ਦੇ ਰਿਟ ਦੀ ਉਲੰਘਣਾ ਕੀਤੀ ਜਾਂਦੀ ਹੈ। ਤਾਂ ਹੈਬੀਅਸ ਕਾਰਪਸ ਕਾਫੀ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਕਾਫੀ ਪੁੱਛਿਆ ਜਾਂਦਾ ਹੈ। ਰਿਟ 24 ਘੰਟੇ ਦਾ ਪ੍ਰਾਵਧਾਨ ਕਰਕੇ ਤਾਂ ਕਾਫੀ ਪੁੱਛਿਆ ਜਾਂਦਾ ਹੈ। ਦੂਜਾ ਆਪਾਂ ਗੱਲ ਕਰਨੀ ਹੈ ਮੈਂਡਮਸ। ਹੁਣ ਤੁਸੀਂ ਗੱਲ ਲਓ, ਮੈਂ ਬੈਂਕ ਗਿਆ, ਮੈਂ ਬੈਂਕ ਦੇ ਵਿੱਚ ਕਿਹਾ ਮੈਡਮ ਜੀ ਤੁਸੀਂ ਮੇਰਾ ਕੰਮ ਕਰ ਦਿਓ ਵੀ ਮੇਰੀ ਕਾਪੀ ਜਿਹੜੀ ਪਾਸਬੁੱਕ ਹੈ ਤੇ ਪਾਸਬੁੱਕ ਅਪਡੇਟ ਕਰ ਦਿਓ। ਪਰ ਉਹ ਮੈਡਮ ਕਹਿੰਦੀ ਮੈਂ ਤਾਂ ਕਰਦੀ ਨਹੀਂ ਜੀ। ਉਹ ਸਰਕਾਰੀ ਨੌਕਰ ਸੀਗੀ ਪਰ ਮੈਡਮ ਕਹਿੰਦੀ ਮੈਂ ਤਾਂ ਕਰਦੀ ਨਹੀਂ ਜੀ। ਵੀ ਮੈਂ ਦੇਖਿਆ ਜੀ ਮੇਰੀ ਤਾਂ ਉਲੰਘਣਾ ਹੋ ਰਹੀ ਹੈ, ਤੁਸੀਂ ਸਰਕਾਰੀ ਨੌਕਰ ਹੋ, ਤੁਹਾਡਾ ਮੇਰਾ ਕੰਮ ਕਰਨਾ ਜਿਹੜਾ ਨਾਗਰਿਕ ਦਾ ਕੰਮ ਕਰਨਾ ਜਿਹੜਾ ਤੁਹਾਡਾ ਫਰਜ਼ ਹੈ, ਤੁਸੀਂ ਇਹਨੂੰ ਕਰਨਾ ਹੀ ਕਰਨਾ ਹੈ, ਤੁਹਾਡੀ ਡਿਊਟੀ ਹੈ। ਪਰ ਉਹ ਕਹਿੰਦੀ ਮੈਂ ਕਰਨਾ ਨਹੀਂ। ਫਿਰ ਮੈਂ ਕੀ ਕਰ ਸਕਦਾ ਇੱਥੇ? ਮੈਂ ਆਪਣਾ ਮੈਂਡਮਸ ਦਾ ਰਿਟ ਇਸ਼ੂ ਕਰਾ ਸਕਦਾ। ਮੈਂਡਮਸ ਦਾ, ਇਹਨੂੰ ਮੈਂਡਮਸ ਕਹਿੰਦੇ ਆ ਵੀ ਕਿਸੇ ਨੂੰ ਟੂ ਕਮਾਂਡ ਵੀ ਤੁਸੀਂ ਮੇਰਾ ਕੰਮ ਜਿਹੜਾ ਉਹ ਕਰੋ। ਤੁਸੀਂ ਸਰਕਾਰੀ ਅਧਿਕਾਰੀ ਹੋ, ਤੁਹਾਨੂੰ ਕੰਮ ਜਿਹੜਾ ਕਰਨਾ ਪਊਗਾ। ਜਿਹੜਾ ਮੈਂਡਮਸ ਦਾ ਰਿਟ ਹੈ ਇਸ਼ੂ ਕਰਾ ਕੇ ਆਪਾਂ ਕਿਸੇ ਸਰਕਾਰੀ ਅਧਿਕਾਰੀ ਤੋਂ ਜੋ ਆਪਣਾ ਜਿਹੜਾ ਕੰਮ ਸੱਚੀ ਆਪਾਂ ਕਰਵਾਉਣਾ ਚਾਹੁੰਦੇ ਆ ਉਹ ਕਰਵਾ ਸਕਦੇ ਆ, ਪਰ ਜਿਹੜਾ ਉਹ ਕੰਮ ਹੈ ਉਹਨਾਂ ਦੇ ਦਾਇਰੇ ਦੇ ਵਿੱਚ ਹੋਣਾ ਚਾਹੀਦਾ ਹੈ। ਮੈਂ ਬੈਂਕ ਵਾਲਿਆਂ ਨੂੰ ਜਾ ਕੇ ਕਹਾਂਗਾ ਤੁਸੀਂ ਮੇਰੀ ਰਜਿਸਟਰੀ ਕਰ ਦਿਓ, ਉਹ ਕੰਮ ਨਹੀਂ ਹੋਊਗਾ। ਜਿਹੜਾ ਰਜਿਸਟਰੀ ਵਾਲਾ ਕੰਮ ਹੈ ਰਜਿਸਟਰੀ ਆਫਿਸ 'ਚ ਹੀ ਹੋਊਗਾ। ਮੈਂਡਮਸ ਦਾ ਕੰਮ ਉਹਨਾਂ ਦੇ ਦਾਇਰੇ ਦਾ ਕੰਮ ਜਿਹੜਾ ਉਹਨਾਂ ਨੂੰ ਕਰਨਾ ਪਊਗਾ, ਠੀਕ ਹੈ ਜੀ। ਹੈਬੀਅਸ ਕਾਰਪਸ ਦੇ ਵਿੱਚ ਨਜ਼ਰਬੰਦ ਤੇ 24 ਘੰਟੇ ਦਾ ਪ੍ਰਾਵਧਾਨ ਹੈ। ਇਹਦੇ ਵਿੱਚ ਆਪਾਂ ਕਮਾਂਡ ਕਰ ਸਕਦੇ ਹਾਂ ਤੁਸੀਂ ਮੇਰਾ ਕੰਮ ਕਰੋ, ਜਿੰਨਾ ਤੁਹਾਡਾ ਦਾਇਰੇ ਦੇ ਵਿੱਚ ਕੰਮ ਹੈ ਤੁਹਾਨੂੰ ਕਰਨਾ ਪਊਗਾ। ਤੁਸੀਂ ਸਰਕਾਰੀ ਨੌਕਰ ਹੋ, ਤੁਸੀਂ ਸਰਕਾਰ ਦੇ ਵੱਲੋਂ ਅਧੀਨ ਕੀਤੇ ਗਏ ਹੋ ਸਾਡੀ ਸੇਵਾ ਲਈ, ਠੀਕ ਹੈ ਜੀ। ਮੈਂਡਮਸ ਦਾ ਧਿਆਨ ਰੱਖਿਓ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਪ੍ਰਮਾਣਿਕ।
ਜਿਹਨੂੰ ਸਰਸ਼ਿਆਰੀ ਵੀ ਕਹਿੰਦੇ ਜਾਂਦੇ ਆ। ਤੁਸੀਂ ਇੰਗਲਿਸ਼ ਵੀ ਨੋਟ ਕਰ ਲਿਓ, ਕਈ ਵਾਰੀ ਇਸੇ ਨਾਮ ਨਾਲ ਪੁੱਛਦਾ ਹੈ, ਠੀਕ ਹੈ ਜੀ, ਪ੍ਰਮਾਣਿਤ ਜਾਂ ਸਰਸ਼ਿਆਰੀ। ਹੁਣ ਕੀ ਹੁੰਦਾ ਹੈ, ਕਈ ਵਾਰੀ ਕੋਈ ਕੋਰਟ ਹੈ, ਛੋਟੀ ਕੋਰਟ ਹੁੰਦੀ ਹੈ, ਸੈਸ਼ਨ ਕੋਰਟ ਹੁੰਦੀ ਹੈ, ਜੋ ਸੁਪਰੀਮ ਕੋਰਟ ਸਭ ਤੋਂ ਉੱਚੀ ਕੋਰਟ ਹੈ, ਕੋਈ ਸੈਸ਼ਨ ਕੋਰਟ ਹੁੰਦੀ ਹੈ, ਕੋਈ ਗਲਤ ਫੈਸਲਾ ਲੈ ਲੈਂਦੀ ਹੈ, ਤਾਂ ਸੁਪਰੀਮ ਕੋਰਟ ਪ੍ਰਮਾਣਿਤ ਦੇ ਅੰਦਰ ਉਸ ਨੂੰ ਰੱਦ ਕਰ ਸਕਦਾ ਹੈ। ਜਿਵੇਂ ਕੋਈ ਗਲਤ ਫੈਸਲਾ ਲੈ ਲਿਆ, ਛੋਟੀ ਕੋਰਟ ਸੈਸ਼ਨ ਕੋਰਟ ਤੋਂ ਗਲਤ ਫੈਸਲਾ ਲੈ ਲਿਆ ਗਿਆ, ਸੈਸ਼ਨ ਕੋਰਟ ਨੇ ਕਿਹਾ ਵੀ ਇੱਥੋਂ ਦੀ ਜਿਹੜੀਆਂ ਵਹੀਕਲ ਚੱਲਣੇ ਬੰਦ ਕਰ ਦੋ, ਵੀ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦੀ ਹੈ, ਤੁਸੀਂ ਵਹੀਕਲ ਚੱਲਣੇ ਬੰਦ ਕਰ ਦੋ। ਪਰ ਕੀ ਹੋਏਗਾ, ਉਹ ਗੱਲ ਜਾਏਗੀ ਫਿਰ ਸੁਪਰੀਮ ਕੋਰਟ ਕੋਲ। ਸੁਪਰੀਮ ਕੋਰਟ ਕੋਲ ਜਦੋਂ ਜਾਊਗੀ, ਲੋਕੀ ਕਹਿਣਗੇ ਵੀ ਸਾਨੂੰ ਤਾਂ ਵਹੀਕਲ ਚਲਾਣੇ ਪੈਂਦੇ ਆ ਜੀ, ਸਾਡੇ ਕੰਮ ਜਿਹੜੇ ਵਹੀਕਲ ਵਾਲੇ ਹੁੰਦੇ ਹਨ। ਫਿਰ ਸੁਪਰੀਮ ਕੋਰਟ ਜਿਹੜਾ ਉਹਨੂੰ ਰੱਦ ਕਰੇਗੀ ਫੈਸਲੇ ਨੂੰ। ਮਤਲਬ ਛੋਟੇ ਕੋਰਟ ਦੇ ਫੈਸਲੇ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਹੈ, ਪ੍ਰਮਾਣਿਤ ਯਾਨੀ ਸਰਸ਼ਿਆਰੀ ਵਿੱਚ ਕੀਤੀ ਗਈ ਹੈ, ਠੀਕ ਹੈ ਜੀ। ਮੈਂ ਬਹੁਤ ਆਸਾਨੀ ਨਾਲ ਸਮਝਾ ਰਿਹਾ, ਐਗਜ਼ਾਮਪਲ ਲੈ ਕੇ। ਪ੍ਰਬੰਧ, ਪ੍ਰੋਹੀਬਿਸ਼ਨ। ਹੁਣ ਇਹਦੇ ਵਿੱਚ ਆਪਾਂ ਗੱਲ ਕੀਤੀ ਸਰਸ਼ਿਆਰੀ ਦੇ ਵਿੱਚ, ਪ੍ਰਮਾਣਿਤ ਦੇ ਵਿੱਚ ਵੀ ਫੈਸਲੇ ਨੂੰ ਰੱਦ ਕਰਦੇ ਆ। ਪ੍ਰੋਹੀਬਿਸ਼ਨ ਦੇ ਵਿੱਚ ਜਾਂ ਪ੍ਰਬੰਧ ਦੇ ਵਿੱਚ ਕੀ ਕਰਦੇ ਆ, ਸੁਪਰੀਮ ਕੋਰਟ ਹੈ ਜਿਹੜਾ ਸੁਪਰੀਮ ਕੋਰਟ ਹੈ ਨਾ, ਉਹ ਜਿਹੜਾ ਨਾ ਗਲਤ ਫੈਸਲਾ ਲੈਣ ਤੋਂ ਰੋਕਦਾ ਹੈ, ਵੀ ਤੁਸੀਂ ਕੋਈ ਵੀ ਗਲਤ ਫੈਸਲਾ ਨਾ ਲਓ, ਵੀ ਸਾਨੂੰ ਬਾਅਦ ਚ ਉਹਨੂੰ ਰੱਦ ਕਰਨਾ ਪਵੇ। ਤਾਂ ਧਿਆਨ ਰੱਖਣਾ, ਪ੍ਰਬੰਧ ਦੇ ਵਿੱਚ ਰੋਕਦਾ ਹੈ, ਜੇ ਲੈ ਲਿਆ ਫਿਰ ਪ੍ਰਮਾਣਿਤ ਦੇ ਅੰਦਰ ਉਹਨੂੰ ਰੱਦ ਕਰਦਾ ਹੈ, ਠੀਕ ਹੈ ਨਾ। ਇਹ ਦੋਨੋਂ ਆਪਸ ਚ ਮਿਲਦੇ ਜੁਲਦੇ ਆ, ਕਾਫੀ ਕੰਫਿਊਜ਼ਿੰਗ ਵੀ ਹੁੰਦੇ ਆ। ਤਾਂ ਠੀਕ ਹੈ, ਪ੍ਰਮਾਣਿਤ ਦੇ ਵਿੱਚ ਜੇ ਲੈ ਲਿਆ ਫੈਸਲਾ ਤਾਂ ਉਸ ਨੂੰ ਰੱਦ ਕੀਤਾ ਜਾਂਦਾ ਹੈ, ਜੇ ਫੈਸਲਾ ਨਹੀਂ ਲਿੱਤਾ ਗਿਆ ਤੱਕ ਤਾਂ ਸੁਪਰੀਮ ਕੋਰਟ ਰੋਕਦਾ ਵੀ ਤੁਸੀਂ ਫੈਸਲਾ ਗਲਤ ਨਾ ਲਓ, ਜਿਹਦੇ ਨਾਲ ਸਾਨੂੰ ਉਹਨੂੰ ਰੱਦ ਕਰਨਾ ਪਵੇ, ਠੀਕ ਹੈ ਜੀ। ਤੇ ਲਾਸਟ ਰਿਟ, ਕਿਉ ਵਾਰੰਟੋ ਰਿਟ ਆਪਾਂ ਨੂੰ ਇਹ ਕਾਫੀ ਆਸਾਨੀ ਨਾਲ ਸਮਝ ਆ ਜਾਊਗਾ। ਦੇਖੋ ਕਿਉ ਵਾਰੰਟੋ ਦੀ ਗੱਲ ਹੁੰਦੀ ਹੈ, ਕੋਈ ਬੰਦਾ ਸੀਗਾ, ਹੁਣ ਕਹਿੰਦਾ ਵੀ ਮੈਂ ਤੁਹਾਨੂੰ ਨੌਕਰੀ ਲਵਾ ਦਾਂਗਾ ਸਰਕਾਰੀ, ਠੀਕ ਹੈ ਜੀ। ਉਹਨੇ ਸਰਕਾਰੀ ਨੌਕਰੀ ਲਵਾਤੀ, ਪੈਸੇ ਲੈ ਕੇ ਲਵਾਤੀ, ਸਮਝੋ, ਠੀਕ ਹੈ ਨਾ, ਐਵੇਂ ਸਮਝੋ ਪੈਸੇ ਲੈ ਕੇ ਲਵਾਤੀ। ਪਰ ਸਾਨੂੰ ਪਤਾ ਲੱਗਾ ਜੀ ਇਹ ਸਾਡੇ ਰਿਟ ਦੀ ਵੀ ਮੈਂ ਸਰਕਾਰੀ ਨੌਕਰੀ ਦੇ ਕਾਬਿਲ ਹਾਂ, ਉਹ ਕਾਬਿਲ ਵੀ ਨਹੀਂ ਹੈ, ਪਰ ਉਹਨੇ ਪੈਸੇ ਲੈ ਕੇ ਨੌਕਰੀ ਲੈ ਲਈ। ਤਾਂ ਮੈਂ ਬੜਾ ਕਿਉਂ ਵਾਰੰਟੋ ਤੋਂ ਜਿਹੜਾ ਰਿਟ ਇਸ਼ੂ ਕਰਾ ਸਕਦਾ ਵੀ ਤੁਸੀਂ ਕਿਸ ਕਮਾਂਡ ਨਾਲ ਬੈਠੇ ਹੋ ਰੇ, ਤੁਹਾਡੀ ਕੀ ਕਾਬਲੀਅਤ ਹੈ, ਤੁਸੀਂ ਕਿਹੜਾ ਪੇਪਰ ਕਲੀਅਰ ਕੀਤਾ ਹੈ। ਜੇ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਆਪਾਂ ਪੁੱਛਾਂਗੇ ਕਿ ਤੁਸੀਂ ਪੇਪਰ ਕਲੀਅਰ ਕੀਤਾ ਸੀਗਾ, ਜੇ ਪੇਪਰ ਕਲੀਅਰ ਕੀਤਾ ਸੀਗਾ। ਦੂਜੀ ਗੱਲ, ਤੁਸੀਂ ਰਿਟਨ ਐਗਜ਼ਾਮੀਨੇਸ਼ਨ ਕਲੀਅਰ ਕਰਕੇ ਜਿਹੜਾ ਫਿਜ਼ੀਕਲ ਕਲੀਅਰ ਕੀਤਾ ਸੀਗਾ, ਕਹੇਗਾ ਹਾਂਜੀ ਜੇ ਕੀਤਾ ਸੀਗਾ। ਫਿਰ ਮੈਡੀਕਲ ਕਲੀਅਰ ਕੀਤਾ ਸੀ। ਜੇ ਤੁਸੀਂ ਇਹ ਤਿੰਨੋਂ ਚੀਜ਼ਾਂ ਕਲੀਅਰ ਕੀਤੀਆਂ ਸੀਗੀਆਂ ਤਾਂ ਤੁਸੀਂ ਨੌਕਰੀ ਤੇ ਬਣੇ ਰਹੋਗੇ। ਜੇ ਤੁਸੀਂ ਪੈਸੇ ਦੇ ਕੇ ਲੱਗੇ ਹੋ ਫਿਰ ਤੁਹਾਨੂੰ ਜਿਹੜਾ ਨਿਕਾਲ ਦਿੱਤਾ ਜਾਏਗਾ। अगर किसी ने अपना रिट इशू करा लिया तो ਸਾਨੂੰ ਇਸ ਤੋਂ ਨਿਕਾਲ ਦਿੱਤਾ ਜਾਏਗਾ। इसीलिए कहते हैं भी किसी को भी पैसे ਜਿਹੜਾ ਮੰਗਦਾ ਉਸ ਕੋਲ ਨਾ ਫਸੋ, ਠੀਕ ਹੈ ਜੀ। ਆਪਣੇ ਪੇਪਰ ਦੀ ਤਿਆਰੀ ਕਰੋ, ਮਿਹਨਤ ਕਰੋ, ਫਿਜ਼ੀਕਲ ਦੀ ਤਿਆਰੀ ਕਰੋ, ਮੈਡੀਕਲ ਦੀ ਤਿਆਰੀ ਕਰੋ ਤੇ ਆਪਣੀ ਜਿਹੜੀ ਹੈ ਨੌਕਰੀ ਲਵੋ। ਆਪਣੀ ਮਿਹਨਤ ਨਾਲ ਲਵੋ, ਕਿਸੇ ਦੇ ਪੈਸਿਆਂ ਨਾਲ ਨਾ ਲਵੋ। ਕੋਸ਼ਿਸ਼ ਕਰੋ, ਮਿਹਨਤ ਇੰਨੀ ਕੁ ਕਰੋ ਕਿ ਰੱਬ ਤੁਹਾਨੂੰ ਦੇਣ ਨੂੰ ਮਜਬੂਰ ਹੋ ਜਾਏ। ਰੱਬ ਵੀ ਕਵੇ ਇਹਦੀ ਮਿਹਨਤ ਇੰਨੀ ਹੈ, ਮੈਨੂੰ ਦੇਣਾ ਪੈਣਾ ਹੈ, ਇਹਨੂੰ ਨੌਕਰੀ ਦੇਣੀ ਪੈਣੀ ਹੈ। ਇਸ ਕਰਕੇ ਆਪਣੀ ਮਿਹਨਤ ਵੱਲ ਧਿਆਨ ਦਿਓ। ਤੁਹਾਡੇ ਨਾਲ ਅਸੀਂ ਵੀ ਪੂਰੀ ਮਿਹਨਤ ਕਰ ਰਹੇ ਹਾਂ ਤਾਂ ਕਿ ਸੌਖੇ ਤੋਂ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਇਆ ਜਾ ਸਕੇ। ਬਸ ਤੁਸੀਂ ਐਵੇਂ ਹੀ ਲਾਈਕ ਕਰੋ, ਸਪੋਰਟ ਕਰੋ, ਸ਼ੇਅਰ ਕਰੋ, ਠੀਕ ਹੈ ਜੀ। ਮੈਂ ਤੁਹਾਨੂੰ ਹੁਣ ਦੋ ਕੁਐਸਚਨ ਪੁੱਛ ਲੈਣਾ, ਠੀਕ ਹੈ ਜੀ। ਇੱਕ ਤਾਂ ਪਹਿਲਾ ਕੁਐਸਚਨ ਹੈਗਾ, ਸੰਵਿਧਾਨ ਦਾ ਰੂਹ ਅਤੇ ਦਿਲ ਕਿਸ ਨੂੰ ਕਿਹਾ ਜਾਂਦਾ ਹੈ? ਕਮੈਂਟ ਕਰਕੇ ਆਨਸਰ ਦੱਸਣਾ ਹੈ। ਰੂਹ ਤੇ ਦਿਲ ਕਿਹਨੂੰ ਕਿਹਾ ਜਾਂਦਾ ਹੈ? ਸੰਵਿਧਾਨ ਦਾ ਪਿਤਾ ਕਿਹਨੂੰ ਕਿਹਾ ਜਾਂਦਾ ਹੈ? ਠੀਕ ਹੈ ਜੀ। ਇਹ ਦੋ ਕੁਐਸਚਨਾਂ ਦੇ ਆਨਸਰ ਮੈਨੂੰ ਕਮੈਂਟ ਕਰਕੇ ਥੱਲੇ ਦੱਸੋ। ਬਹੁਤ ਇੰਪੋਰਟੈਂਟ ਨੇ, ਪੁੱਛੇ ਜਾਂਦੇ ਨੇ, ਠੀਕ ਹੈ ਜੀ। ਆਪਾਂ ਐਮਸੀਕਿਊ ਜਿਹੜੇ ਆ ਉਹ ਪੀਡੀਐਫ ਦੇ ਵਿੱਚ ਇਨਕਲੂਡ ਕਰਤੇ ਆ। ਪੀਡੀਐਫ ਜਿਹੜਾ ਤੁਹਾਨੂੰ ਮਿਲ ਜਾਏਗਾ, ਤੁਸੀਂ ਮੈਨੂੰ WhatsApp ਕਰ ਸਕਦੇ ਹੋ, ਮੈਂ ਨੰਬਰ ਲਿਖਤਾ ਸੀਗਾ, ਠੀਕ ਹੈ ਜੀ। WhatsApp ਕਰ ਸਕਦੇ ਹੋ। ਤੁਹਾਨੂੰ ਮੈਂ ਅੱਜ ਦੇ ਅੰਦਰ ਕੋਸ਼ਿਸ਼ ਕਰਾਂਗਾ ਪੀਡੀਐਫ ਅਵੇਲੇਬਲ ਕਰਾ ਸਕਾਂ। ਜਿਹੜਾ ਪੀਡੀਐਫ ਹੋਗਾ ਸਿਰਫ 25 ਰੁਪਏ ਦੇ ਵਿੱਚ, ਉਹਦੇ ਵਿੱਚ ਸਾਰੇ ਡਿਟੇਲ ਨੋਟਸ, ਬਕਾਇਦਾ ਕੁਐਸਚਨ, ਨੋਟਸ ਪਲੱਸ ਕੁਐਸਚਨ, ਠੀਕ ਹੈ ਜੀ। ਦੋਵਾਂ ਚੀਜ਼ਾਂ ਦਿੱਤੀਆਂ ਜਾਣਗੀਆਂ, ਦੋਵਾਂ ਚੀਜ਼ਾਂ ਦਿੱਤੀਆਂ ਜਾਣਗੀਆਂ। ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਆਉਂਦਾ ਹੈ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ ਕਿਸੇ ਵੇਲੇ ਵੀ। WhatsApp ਤੇ ਮੈਸੇਜ ਕਰ ਸਕਦੇ ਹੋ, ਟੈਲੀਗ੍ਰਾਮ ਤੇ ਮੈਸੇਜ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਜਿੰਨਾ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਅਸੀਂ ਨਾਲ ਦੀ ਨਾਲ ਸੋਲਵ ਕਰਾਂਗੇ। ਕਮੈਂਟ ਕਰ ਸਕਦੇ ਹੋ ਡਾਊਟ, ਠੀਕ ਹੈ ਜੀ। ਬਾਕੀ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਬਹੁਤ ਮਿਹਨਤ ਲੱਗ ਰਹੀ ਹੈ। ਬਾਕੀ ਤੁਸੀਂ ਪੜ੍ਹਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ।